ਤੇ ਕਿਆ ਤੁਹਾਨੂੰ ਲੱਗਦਾ ਹੈ ਕਿ ਅੱਜ ਦੇ ਦੌਰ ਦੇ ਵਿੱਚ ਅੱਜ ਦੀ ਔਰਤ ਜਿਹੜੀ ਹੈਗੀ ਆ ਉਹ ਵੀ ਇੰਨੀ ਇੰਪਾਵਰਡ ਹੈ? ਔਰ ਐਕਚੁਅਲੀ ਇੰਪਾਵਰਮੈਂਟ ਦਾ ਮਤਲਬ ਕੀ ਹੈਗਾ? ਜਿਸ ਤਰ੍ਹਾਂ ਇਸ ਵਕਤ ਵੀ ਪੁੱਛਿਆ ਸੀ ਕਿ ਅਸੀਂ ਇੱਕ ਅੱਜ ਦਾ ਜਿਹੜਾ ਨੈਰੇਟਿਵ ਇੱਕ ਬਿਲਡ ਕਰ ਲਿਆ ਨਾ ਕਿ ਮਾਸ਼ੀ ਤਰੱਕੀ, ਕਿਆ ਉਹ ਮਾਸ਼ੀ ਤਰੱਕੀ ਹੁਣ ਕੰਪੈਰੇਟਿਵਲੀ ਤਾਂ ਔਰਤਾਂ ਬਾਹਰ ਕੰਮ ਵੀ ਕਰ ਰਹੀਆਂ, ਕੰਮ ਤਾਂ ਹਮੇਸ਼ਾ ਤੋਂ ਹੀ ਕਰ ਰਹੀਆਂ, ਹੁਣ ਐਕਸਟਰਾ ਵੀ ਕੰਮ ਕਰ ਰਹੀਆਂ ਹੈਗੀਆਂ ਬਾਹਰ ਨਿਕਲ ਕੇ ਵੀ ਪੈਸੇ ਕਮਾਉਣ ਦਾ ਵੀ, ਤੇ ਕਿਆ ਉਹ ਇੰਪਾਵਰਮੈਂਟ ਉਹਨੂੰ ਕਹਿ ਸਕਦੇ ਆ, ਜਾਂ ਉਹੀ ਕਿ ਉਹ ਵਾਲਾ ਕੁਐਸਚਨ ਰਿਪੀਟ ਕਰਦੇ ਕਿ ਓਵਰ ਬਰਡਨ ਹੋ ਗਈਆਂ ਔਰ ਅਸੀਂ ਉਸ ਤਰ੍ਹਾਂ ਜੋ ਸਾਡਾ ਮਾਜ਼ੀ ਸੀ ਅਸੀਂ ਉਹਦੇ ਤੋਂ ਅੱਗੇ ਨਹੀਂ ਗਏ हैं, ਬਲਕਿ ਹਲੇ ਮਤਲਬ ਔਰਤਾਂ ਜਿਹੜੀਆਂ ਸਵਾਣੀਆਂ ਆ ਉਹ ਪਿੱਛੇ ਹੀ ਆ। मैं बगैर माइक तो कर थोड़ा रख लेना, रिकॉर्डिंग हो रही है ना। अच्छा हाँ। ਸਭ ਤੋਂ ਪਹਿਲਾਂ ਤੁਹਾਡੇ ਬੁਲਾਉਣ ਦਾ ਬਹੁਤ ਸ਼ੁਕਰੀਆ, ਤੁਹਾਡਾ ਮਾਣ ਦੇਣ ਦਾ, ਇੰਨੀ ਅੱਛੀ ਨਜ਼ਮ ਸੁਣਾਉਣ ਦਾ ਬਹੁਤ ਸ਼ੁਕਰੀਆ, ਕਿਤਾਬ ਦੇਣ ਦਾ ਬਹੁਤ ਸ਼ੁਕਰੀਆ। ਹੋ ਸਕਦਾ ਤੁਹਾਨੂੰ ਥੋੜ੍ਹੀਆਂ ਜਿਹੀਆਂ ਗੱਲਾਂ ਕਿਰੇ ਕੋਈ ਥੋੜ੍ਹੀ ਬਹੁਤ ਕੌੜੀ ਲੱਗੇ, ਥੋੜ੍ਹੀ ਅਜੀਬ ਲੱਗੇ, ਫਿਰ ਅਸੀਂ ਬੈਠੇ ਹੀ ਗੱਲਾਂ ਕਰਨ ਨਾਲ। ਹੁਣ ਐਹਸਨ ਸਾਹਿਬ ਨੇ ਜੋ ਗੱਲ ਕੀਤੀ ਉਹਨਾਂ ਦਾ ਆਪਣਾ ਪਰਸਪੈਕਟਿਵ ਹੈ, ਉਹ ਵੇ ਕਿ ਜੀ ਮੈਂ ਸੋਸਾਇਟੀ ਦੇ ਵਿੱਚ ਅਗਰ ਔਰਤ ਦੀ ਗੱਲ ਕਰਨੀ ਹੈ ਤੇ ਮੈਂ ਫੈਮਿਨਿਸਟ ਹਾਂ ਤੇ ਮੈਂ ਆਪਣੇ ਆਪ ਨੂੰ ਕਿਵੇਂ ਐਕਸਪਲੇਨ ਕਰਾਂਗਾ। ਇੱਧਰ ਤੁਹਾਨੂੰ ਇੱਕ ਬੱਚੀ ਦੀ ਆਵਾਜ਼ ਆਈ ਹੈ ਜਿਹੜੀ ਪਿੰਜਰੇ 'ਚ ਜਿਹੜੀ ਬਾਹਰ ਨਿਕਲਣਾ ਚਾਹੁੰਦੀ ਹੈ, ਅਤੇ ਇਸ ਉਮਰ 'ਚ ਸਾਰੇ ਹੀ ਨਿਕਲਣਾ ਚਾਹੁੰਦੇ ਨੇ। ਜਦੋਂ ਤੱਕ ਜ਼ਿੰਦਗੀ ਦੀ ਹਕੀਕਤ ਸਮਝ ਆਉਂਦੀ ਹੈ ਫਿਰ ਪਤਾ ਲੱਗਦਾ ਹੈ ਕਿ ਪਿੰਜਰਾ ਕੀ ਤੇ ਪਿੰਜਰੇ 'ਚੋਂ ਬਾਹਰ ਨਿਕਲਣਾ ਕੀ, ਤੇ ਅਸੀਂ ਫਿਰ ਇਸ ਗੱਲ ਨੂੰ ਜ਼ਿਆਦਾ ਫਲੋਰ ਲੈਂਦੇ ਹਾਂ। ਮੈਂ ਇਸ ਗੱਲ ਦੇ ਉੱਤੇ ਕਿਉਂਕਿ ਮੈਂ ਉਸਤਾਦ ਵੀ ਹਾਂ, ਕੋਈ 15 ਸਾਲ ਤੋਂ ਮੈਂ ਪੜ੍ਹਾਉਂਦੀ ਵੀ ਹਾਂ ਵੀ ਡਿਫਰੈਂਟ ਯੂਨੀਵਰਸਿਟੀਜ਼ ਤੋਂ, ਕਰੀਅਰ ਮੈਂ ਆਪਣਾ ਸਕੂਲ ਤੋਂ ਸਟਾਰਟ ਕੀਤਾ, ਤਾਂ ਬਹੁਤ ਮੇਰਾ ਇਸ ਚੀਜ਼ ਦੇ ਉੱਤੇ ਵੇ ਕਿ ਪਰਸਪੈਕਟਿਵ ਨੂੰ ਕਿਸੇ ਵੀ ਪਰਸਪੈਕਟਿਵ ਨੂੰ ਡਾਇਰੈਕਟਲੀ ਨਲੀਫਾਈ ਨਹੀਂ ਕਰਨਾ। ਇਹ ਉਹ ਆਵਾਜ਼ ਹੈ ਜਿਹੜੀ ਤੁਸੀਂ ਅੱਜ ਤੇ ਸੁਣ ਕੇ ਇਹ ਕਹੋਗੇ ਕਿ ਹੋ ਸਕਦਾ ਸਾਡੇ ਬਾਰੇ 'ਚ ਨਹੀਂ, ਇਹ ਸਾਡੇ ਘਰਾਂ 'ਚ ਨਹੀਂ ਆਉਣੀ ਚਾਹੀਦੀ, ਇਹ ਆਈਸੋਲੇਸ਼ਨ 'ਚ ਹੀ ਰਹਿਣੀ ਚਾਹੀਦੀ ਹੈ, ਲੇਕਿਨ ਇਹ ਆਵਾਜ਼ ਹੈ ਜ਼ਰੂਰ ਜੇ। ਇਹ ਇੱਥੇ ਇਕੱਲੀ ਬੈਠੀ ਹੈ, 50 ਬੱਚੇ ਪੜ੍ਹਾਓ, 60 ਬੱਚੇ ਪੜ੍ਹਾਓ, ਵਿੱਚੋਂ ਕੋਈ ਤੁਹਾਨੂੰ 30-40 ਜਿਹੜੇ ਨੇ ਉਹ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਦਾ ਸ਼ਿਕਾਰ ਜ਼ਰੂਰ ਨਜ਼ਰ ਆ ਜਾਂਦੇ ਨੇ। ਅੱਛਾ, ਉਹ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਜਿਹੜਾ ਹੈ ਵੀ ਕੋਈ ਇਹ ਨਹੀਂ ਕਿ ਸਿਰਫ ਅਸੀਂ ਵੇਖ ਰਹੇ ਹਾਂ, ਇਹ ਹਮੇਸ਼ਾ ਤੋਂ ਹੈ। ਹਰ ਜ਼ਮਾਨੇ ਵਿੱਚ ਇਨਸਾਨ ਨੇ ਇਹ ਜਿਹੜਾ ਮੋਨਿਜ਼ਮ ਤੇ ਡੂਅਲਿਜ਼ਮ ਦੀ ਗੱਲ ਹੈ ਕਿ ਜੀ ਰੂਹ ਤੇ ਜਿਸਮ ਦਾ ਰੌਲਾ ਜਿਹੜਾ ਹੈ, ਤੇ ਫਿਰ ਮੇਰੇ ਹੋਣ ਦਾ ਵਾਈ ਆਈ ਹੈਵ ਬੀਨ ਬੋਰਨ ਥਰੋਨ ਐਂਡ ਕੰਡੈਮਡ, ਇਹ ਸਾਰਾ ਰੌਲਾ ਜਿਹੜਾ ਹੈ ਇਹ ਵੀ ਕੋਈ ਅੱਜ ਦਾ ਨਹੀਂ। ਤੇ ਅੱਜ ਅਗਰ ਅਸੀਂ ਇਹਨਾਂ ਸਾਰੇ ਐਗਜ਼ਿਸਟੈਂਸ਼ੀਅਲਿਜ਼ਮ ਦੇ ਰੌਲਿਆਂ ਨੂੰ ਔਰਤ ਦੇ ਹਕੂਕ ਨਾਲ ਜੋੜਨੇ ਆ, ਤੇ ਸਾਡੀ ਗੱਲ ਜਿਹੜੀ ਉਹ ਡਾਇਰੈਕਟਲੀ ਫਿਰ ਆਖੋਗੇ ਥੇਰੀਆਂ ਨਹੀਂ ਇਸਤੇਮਾਲ ਕਰਨੀਆਂ, ਉਹ ਐਂਥਰੋਪੋਲੋਜੀਕਲ ਕਨਸੈਪਟ ਜਿਹੜਾ ਹੈ ਨਾ ਆਰਡਰ ਤੇ ਕਿਓਸ ਨਾਲ ਜਾ ਕੇ ਮਿਲ ਜਾਂਦੀਆਂ ਨੇ। ਅਸੀਂ ਜੰਗ ਕਰ ਰਹੇ ਹਾਂ ਕਿ ਸਾਨੂੰ ਸੁਸਾਇਟੀ 'ਚ ਕਿਓਸ ਕਬੂਲ ਹੈ ਜਾਂ ਆਰਡਰ ਚਾਹੀਦਾ ਹੈ, ਨਜ਼ਮ ਔਰ ਤਰਤੀਬ ਚਾਹੀਦੀ ਹੈ ਕਿ ਅਸੀਂ ਆਵਾਗੋਨ ਹੋ ਕੇ ਬਚ ਸਕਨੇ ਹਾਂ। ਤੇ ਉਹਦੇ ਵਾਸਤੇ ਫਿਰ ਸਾਨੂੰ ਵੇਖਣਾ ਪੈਂਦਾ ਹੈ ਕਿ ਸੁਸਾਇਟੀ ਬਣੀ ਕਿਉਂ ਸੀ। ਸੁਸਾਇਟੀ ਬਣੀ ਹੀ ਡੂਸ ਤੇ ਡੋਂਟ ਦੀ ਲਿਸਟ ਵਾਸਤੇ ਸੀ। ਅਸੀਂ ਵੀ ਆਰ ਅਲਾਉਡ ਟੂ ਡੂ ਦੈਟ, ਵੀ ਵਰਨਟ ਅਲਾਉਡ ਟੂ ਡੂ ਦੈਟ। ਫਿਰ ਮਜ਼ਹਬ ਆਏ ਤੇ ਮਜ਼ਹਬ ਕੀ ਨੇ, ਉਹ ਵੀ ਇਹ ਕਰੋ ਤੇ ਇਹ ਨਾ ਕਰੋ ਦੀ ਲਿਸਟ ਨੇ। ਹੁਣ ਹਰ ਜ਼ਮਾਨੇ ਦੇ ਵਿੱਚ ਤੁਹਾਨੂੰ ਇੱਕ ਤਬਕਾ, ਇੱਕ ਐਸਾ ਖਾਸ ਤੌਰ ਤੇ ਖਾਸ ਉਮਰ ਦੇ ਵਿੱਚ ਕਿ ਮੈਂ ਗਾਣਾ ਵੀ ਹੈ ਤੇ ਮੈਂ ਨੱਚਣਾ ਵੀ ਹੈ ਤੇ ਮੈਨੂੰ ਸੁਣੋ ਵੀ, ਮੈਨੂੰ ਮਹਿਸੂਸ ਵੀ ਕਰੋ, ਮੇਰੇ ਵਜੂਦ ਨੂੰ ਵੀ ਸਮਝੋ। ਤੁਸੀਂ ਮੈਨੂੰ ਅੰਡਰ ਐਸਟੀਮੇਟ ਨਹੀਂ ਕਰ ਸਕਦੇ, ਤੁਸੀਂ ਮੇਰੀ ਅਕਲ ਦੇ ਉੱਤੇ ਜਿਹੜਾ ਉਹ ਸ਼ੁਭਾ ਨਹੀਂ ਕਰ ਸਕਦੇ। ਮੈਂ ਉਨੀ ਸਿਆਣੀ ਹਾਂ, ਮੈਂ ਉਨਾ ਹੀ ਸਭ ਕੁਛ ਹਾਂ। ਇਹ ਹਰ ਜ਼ਮਾਨੇ ਦਾ ਰੌਲਾ ਹੈ, ਲੇਕਿਨ ਉਹਦੇ ਨਾਲ ਹੁੰਦਾ ਹੈ ਕਿ ਸੁਸਾਇਟੀ ਜਿਹੜੀ ਹੈ ਉਹ ਆਲਰੇਡੀ ਇੱਕ ਆਰਡਰ ਤੇ ਚਲਦੀ ਹੁੰਦੀ ਹੈ, ਤੇ ਤੁਸੀਂ ਡਾਇਰੈਕਟ ਟੱਕਰ ਲੈ ਲੈਂਦੇ ਹੋ ਸੁਸਾਇਟੀ ਦੇ ਉਸ ਨਿਜ਼ਾਮ ਦੇ ਨਾਲ, ਤੇ ਤੁਸੀਂ ਗੱਲ ਕਰ ਰਹੇ ਹੁੰਦੇ ਹੋ ਕਿਓਸ ਦੀ, ਤੇ ਸੁਸਾਇਟੀਆਂ ਕਿਓਸ ਬਰਦਾਸ਼ਤ ਨਹੀਂ ਕਰਦੀਆਂ। ਇਹ ਹੀ ਰੌਲਾ ਸਾਡੀਆਂ ਬਾਜੀ ਜਿਹੜੀਆਂ ਨੇ ਉਹ ਫੈਮਿਨਿਸਟ ਨੇ ਉਹਨਾਂ ਨੇ ਵੀ ਸਾਡੇ ਨਾਲ ਕੀਤਾ ਹੈ। ਹੁਣ ਇਸ ਆਰਡਰ ਤੇ ਕਿਓਸ ਦੀ ਲੜਾਈ 'ਚ ਔਰਤ ਦੇ ਹਕੂਕ ਕਿਹਦੇ ਪਿੱਛੇ ਰਹਿ ਜਾਂਦੇ ਨੇ, ਕਿਉਂਕਿ ਜਿਹੜੀ ਔਰਤ ਹੱਕ ਵਾਸਤੇ ਗੱਲ ਵੀ ਕਰ ਸਕਦੀ ਹੈ, ਹੋ ਸਕਦਾ ਹੈ ਉਹ ਆਰਡਰ ਦੇ ਵਿੱਚ ਰਹਿ ਕੇ ਗੱਲ ਕਰਨਾ ਚਾਹੁੰਦੀ ਹੋਵੇ, ਉਹ ਕਿਓਟਿਕ ਨਾ ਹੋਣਾ ਚਾਹੁੰਦੀ ਹੋਵੇ, ਉਹ ਮਜਜ਼ੂਬੀਅਤ ਦੀ ਹੱਦ ਤੱਕ ਮਜਨੂਨ ਨਾ ਹੋਣਾ ਚਾਹੁੰਦੀ ਹੋਵੇ, ਉਹ ਹੋ ਸਕਦਾ ਹੈ ਆਪਣੀਆਂ ਜ਼ਿੰਮੇਦਾਰੀਆਂ ਦੇ ਨਾਲ ਨਾਲ। ਇਹਦੇ 'ਚ ਇੱਕ ਕਿਤਾਬ ਹੈ ਬਹੁਤ ਅੱਛੀ, ਮੇਰੀ ਇੱਕ ਦੋਸਤ ਸੀ, ਮੇਰਾ ਤੇ ਜੈਂਡਰ ਸਟੱਡੀ ਸਬਜੈਕਟ ਨਹੀਂ, ਉਹ ਮੇਰਾ ਇਰਾਨੀਅਨ ਦੋਸਤ ਸੀ, ਉਹਨੇ ਜੈਂਡਰ ਸਟੱਡੀਜ਼ ਦੇ ਉੱਤੇ ਉਹ ਕਰ ਰਹੀ ਸੀ ਮਾਸਟਰਸ, ਤੇ ਉਹ PhD ਵਾਸਤੇ ਅਮਰੀਕਾ ਗਈ, ਤੇ ਉੱਥੇ ਡਿਪਾਰਟਮੈਂਟ ਦੀ ਜਿਹੜੀ ਹੈੱਡ ਸੀ
ਉਹ ਡੂਅਲ ਜੈਂਡਰ ਆਈਡੈਂਟੀਟੀ ਵਾਲੇ ਸਨ। ਉਹ ਮੇਲ ਵੀ ਆਪਣੇ ਆਪ ਨੂੰ ਡਰੈਸ ਅਪ ਕਰਦੇ ਸਨ, ਫੀਮੇਲ ਵੀ। ਤਾਂ ਉਹਨਾਂ ਬੜੀ ਇੱਕ ਬਿਹਤਰੀਨ ਕਿਤਾਬ ਲਿਖੀ ਸੀ ਨੋਰਮੈਟਿਵਿਟੀ ਐਟ ਦ ਥਰੋਨ, ਜਿਹਦੇ ਵਿੱਚ ਉਹਨਾਂ ਦਾ ਥੀਸਿਸ ਇਹ ਸੀ ਕਿ ਨੋਰਮੈਟਿਵਿਟੀ ਜਿਹੜੀ ਹੈ ਨਾ, ਨੋਰਮੈਲਸੀ, ਸਾਨੂੰ ਇਹ ਥਰੋਨ ਤੇ ਬੁਰੀ ਤੇ ਬਹੁਤ ਲੱਗਦੀ, ਅਸੀਂ ਇਹਦੇ ਚੀਥੜੇ ਉਡਾਉਂਦੇ ਹਾਂ, ਅਸੀਂ ਇਹਦੇ ਖਿਲਾਫ ਇਨਕਲਾਬ ਬਰਪਾ ਕਰਨੇ ਆ, ਲੇਕਿਨ ਜਦੋਂ ਅਸੀਂ ਇਹਨੂੰ ਲੀਰੋ ਲੀਰ ਕਰਕੇ ਥੱਲੇ ਰੱਖ ਦਿੰਦੇ ਆ, ਫਿਰ ਸਾਨੂੰ ਕੁਝ ਨਿਊ ਨਾਰਮਲ ਚਾਹੀਦਾ ਹੁੰਦਾ। ਉਹਦੀ ਹੁਣ ਫਿਰ ਥੋੜਾ ਜਿਹਾ ਅਗਰ ਇਹਦੀ ਡਿਟੇਲ ਵਿੱਚ ਜਾਈਏ ਤਾਂ ਅਸੀਂ ਫੈਮਿਨਿਸਟ ਦੀ ਗੱਲ ਕਰ ਲੈਂਦੇ ਹਾਂ। ਫੈਮਿਨਿਜ਼ਮ ਸਾਡੇ ਕੋਲ ਸਰਫੇਸ 'ਚ ਆਉਂਦੀ ਹੈ ਇੱਕ ਤਹਿਰੀਕ ਦੇ ਤੌਰ ਤੇ ਦੂਸਰੀ ਜੰਗ ਅਜ਼ੀਮ ਤੋਂ ਬਾਅਦ। ਮੇਰਾ ਆਪਣਾ ਇੱਕ ਥੀਸਿਸ ਹੈ ਕਿ ਦੂਸਰੀ ਜੰਗ ਅਜ਼ੀਮ ਨਾ ਹੁੰਦੀ ਤੇ ਫੈਮਿਨਿਜ਼ਮ ਵੀ ਉਸੇ ਮਰ ਖਪ ਜਾਣੀ ਸੀ। 60% ਮੇਲ ਪਾਪੂਲੇਸ਼ਨ ਜਦੋਂ ਵੈਸੇ ਹੀ ਮੁੱਕ ਜਾਂਦੀ ਹੈ ਤੇ ਔਰਤ ਆ ਕੇ ਇੱਕ ਆਈਡੀਆ ਦਿੰਦੀ ਹੈ ਕਿ ਜਿਹੜਾ ਜੈਂਡਰ ਰੋਲ ਹੈ ਨਾ, ਉਹਦੀ ਡਿਵੀਜ਼ਨ, ਉਹਨੂੰ ਤੁਸੀਂ ਜਿਹੜੀ ਵਰਕ ਲੋਡ ਹੈ ਉਹਨੂੰ ਤੁਸੀਂ ਜੈਂਡਰ